ਸਲਾਮ ਵਾਲੇਕੁਮ। ਚਾਚਾ ਜੀ ਕੀ ਹਾਲ ਚਾਲ ਹੈ? ਚਾਚਾ ਜੀ ਥੋੜਾ ਜਿਹਾ ਉੱਚੀ ਬੋਲਿਓ ਤਾਂ ਕਿ ਆਵਾਜ਼ ਰਿਕਾਰਡ ਹੋਈਏ। ਅੱਛਾ ਜੀ। ਸਾਨੂੰ ਇਹ ਮਿਰਚਾਂ ਬੀਜਣ ਦਾ ਤਰੀਕਾਕਾਰ ਦੱਸੋ ਸ਼ੁਰੂ ਤੋਂ ਲੈ ਕੇ। ਪਹਿਲਾਂ ਤਾਂ ਪਨੀਰੀ ਬੀਜੀ ਦੀ ਹੈ। ਠੀਕ ਹੈ। ਫਿਰ ਜਨਾਬ ਪੈਲੀ ਤਿਆਰ ਕਰੀ ਦੀ ਹੈ। ਠੀਕ ਹੈ। ਪੈਲੀ ਤਿਆਰ ਕਰਕੇ ਖੇੜਾ ਕੱਢ ਕੇ ਠੀਕ ਹੈ। ਫਿਰ ਉਧਰੋਂ ਪਾਣੀ ਲਾ ਲੈਂਦੇ, ਉਧਰੋਂ ਬੂਟੇ ਲਾਣੇ ਸ਼ੁਰੂ ਕਰ ਦਿੰਦੇ। ਠੀਕ ਹੈ। ਪਨੀਰੀ ਬੀਜਣ ਦਾ ਤੇ ਪੈਲੀ ਤਿਆਰ ਕਰਨ ਦਾ ਤਰੀਕਾ ਵੱਖਰਾ ਵੱਖਰਾ ਦੱਸੋ। ਪਨੀਰੀ ਦੇ ਮਸਲ ਖੱਤੀਆਂ ਬਣਾ ਕੇ ਨਾ ਤੇ ਤਿਆਰ ਕਰ ਲਏ। ਠੀਕ ਹੈ। ਫਿਰ ਪੈਲੀ ਬੁਆਈ ਦੀ ਹੈ। ਠੀਕ ਹੈ। ਇਹ ਖੱਤੀਆਂ ਤਿਆਰ ਕਰਨੀਆਂ ਹਨ ਪਨੀਰੀ ਦੀਆਂ, ਉਹ ਹੱਥ ਨਾਲ ਕਰ ਲਈ ਦੀ, ਹੱਥ ਨਾਲ ਗੁੱਡੀ ਕੇ। ਕਨਾਲ ਵਾਸਤੇ ਕਿੰਨੀ ਖੱਤੀ ਤਿਆਰ ਕਰਨੀ ਪੈਂਦੀ ਪਨੀਰੀ ਦੀ? ਉਹ ਆਪਣਾ ਉਗਣ ਦੇ ਸਮਾਰੇ ਪਨੀਰੀ ਚੰਗੀ ਉੱਗੀ ਹੋਏ ਨਾ ਜੀ ਜੀ ਤੇ 2 ਖੱਤੀਆਂ ਲੱਗ ਜਾਂਦੀਆਂ ਨੇ। ਮਸਲਨ ਕੋਈ ਸਾਦੀ ਲਾ ਲਓ। ਇੱਕ ਸਰਤਾਈ ਇੱਕ ਕਨਾਲ ਵਾਸਤੇ? ਆਹੋ। ਤੇ ਇੱਕ ਸਰਸਾਈ ਚ ਬੀਜ ਕਿੰਨੇ ਬੀਜੇ ਜਾਂਦੇ ਨੇ? ਬੀਜ ਕੋਈ ਪਾਕ ਬੀਜਿਆ ਜਾਂਦਾ। ਸਰਸਾਈ ਚ ਪਾ ਬੀਜ ਕਰਦਾ ਨਹੀਂ, ਉਹ ਖੱਤੀਆਂ ਦੋਵਾਂ ਵਿੱਚ ਹੀ। ਅੱਛਾ ਦੱਸੋ ਕਿ ਬੀਜ ਖੱਤੀ ਚ ਪਾਈਦਾ ਕਿਸ ਤਰ੍ਹਾਂ ਹੈ? ਐਸਾ ਛੱਟਾ ਦੇਈਦਾ। ਛੱਟਾ ਦੇਈਦਾ ਮੋਟ ਚ ਭਰ ਕੇ? ਹਾਂ ਠੀਕ ਹੈ। ਨੇ ਮੁਨਾਸਬ ਜੀ ਮਕਦਾਰ ਚ ਬੀਜ ਖਿਲਾਰ ਲਓ। ਹਾਂ। ਫਿਰ ਉਹ ਬੀਜ ਜਦੋਂ ਉੱਗ ਜਾਂਦਾ ਹੈ ਉੱਤੇ ਰੂੜੀ ਪਾਈ ਦੀ ਹੈ। ਰੂੜੀ ਕਿੰਨੀ ਕੁ ਪਾਉਂਦੇ ਹੋ? ਮਸਲੇ 2 ਬੋਰੇ ਲਾ ਲਓ। ਜਿਹੜੀ ਜਾਨਵਰਾਂ ਦੀ ਹੈ? ਨਹੀਂ, ਆਹੋ ਗਰੀ ਰੂੜੀ ਠੀਕ ਹੈ ਪਾਈ ਦੀ ਹੈ ਬਿਲਕੁਲ। ਤੇ ਖਾਦ ਤੇ ਨਹੀਂ ਪਾਉਂਦੇ ਯੂਰੀਆ ਵਗੈਰਾ? ਯੂਰੀਆ ਵਗੈਰਾ ਪਨੀਰੀ 'ਚ ਨਹੀਂ ਪਾਉਂਦੇ, ਬਿਲਕੁਲ ਨਹੀਂ ਪਾਣੇ। ਠੀਕ ਹੈ। ਪਨੀਰੀ ਕਿੰਨੇ ਦਿਨਾਂ ਬਾਅਦ ਨਿਕਲ ਆਉਂਦੀ ਹੈ ਤੇ ਕਿੰਨੇ ਦਿਨਾਂ ਬਾਅਦ ਲਾਉਣ ਦੇ ਕਾਬਲ ਹੋ ਜਾਂਦੀ ਹੈ? 10 ਦਿਨਾਂ ਬਾਅਦ ਨਿਕਲ ਆਉਂਦੀ ਹੈ। ਠੀਕ ਹੈ। ਤੇ ਕੋਈ 25-26 ਦਿਨ ਪਿੱਛੇ ਫਿਰ ਲਾਉਣ ਦੇ ਕਾਬਲ ਹੋ ਜਾਂਦੀ ਹੈ, ਐਡੀ ਹੋ ਜਾਂਦੀ ਹੈ। ਠੀਕ ਹੈ। ਤੇ ਫਿਰ ਉਹ ਉਖਾੜ ਕੇ ਤੇ ਅਗਲੇ ਖੇਤ 'ਚ ਮੁੰਤਕਿਲ ਕਰੀ ਦੀ ਹੈ? ਹਾਂ। ਤੇ ਖੇਤ 'ਚ ਜਦੋਂ ਮੁੰਤਕਿਲ ਕਰੀ ਤੇ ਖੇਤ ਗਿੱਲਾ ਹੁੰਦਾ ਜਾਂ ਸੁੱਕਾ? ਨਹੀਂ, ਪਾਣੀ ਲਾਇਆ ਹੁੰਦਾ ਪਹਿਲਾਂ ਖੇੜਾ ਵਿੱਚ, ਫਿਰ ਉਹਨੂੰ ਲਾਉਂਦੇ। ਯਾਨੀ ਉਹ ਗਿੱਲੀ ਜਗ੍ਹਾ ਹੁੰਦੀ ਤੇ ਉਹਦੇ ਵਿੱਚ ਲਾਈਦਾ? ਹਾਂ, ਪਾਣੀ ਦੇ ਵਿੱਚ ਖਲੋ ਕੇ ਲਾਈ ਦੀ। ਉਹਦੀ ਵਜ੍ਹਾ ਕੀ ਹੁੰਦੀ ਕਿ ਪੌਦਾ ਵਿੱਚ ਸਹੀ ਤਰ੍ਹਾਂ ਖਲੋਈਏ? ਹਾਂ, ਸਹੀ ਖਲੋਈ। ਸਹੀ ਹੈ। ਉਸ ਤੋਂ ਬਾਅਦ ਫਿਰ ਦੂਸਰਾ ਪਾਣੀ ਕਿਦੋਂ ਦਈਦਾ? ਉਹ ਦੂਸਰੇ ਦਿਨ। ਕਿੰਨੇ ਕੁ ਦਿਨਾਂ ਬਾਅਦ ਉਹ ਜਵਾਨ ਹੋ ਜਾਂਦਾ ਪੌਦਾ? ਪੌਦਾ ਕਮ ਤੋਂ ਕਮ ਵੀ ਕਾਫੀ 2 ਮਹੀਨੇ 1.5 ਲੈ ਲੈਂਦੇ। 2 ਮਹੀਨੇ। ਪਾਣੀ ਲਾਉਣ ਦਾ ਤਰੀਕਾ ਦੱਸ ਦਿਓ ਵੀ ਕਿਦੋਂ ਪਾਣੀ ਲਾਈਦਾ? ਪਾਣੀ 8 ਵਜੇ ਕਿਤੇ ਲਾਈਦਾ। ਠੀਕ ਹੈ। ਤੇ 2 ਮਹੀਨਿਆਂ 'ਚ ਫਿਰ 8 ਕੁ ਪਾਣੀ ਲੱਗ ਜਾਂਦੇ ਨੇ? 8 ਤੋਂ ਵੀ ਬਹੁਤੇ ਲੱਗ ਜਾਂਦੇ ਨੇ। 8 ਤੋਂ ਬਹੁਤੇ ਲੱਗ ਜਾਂਦੇ ਨੇ। ਇਸ ਦੌਰਾਨ ਵਿੱਚ ਤੁਸੀਂ ਦਵਾਈ ਵੀ ਪਾਉਂਦੇ ਹੋ? ਨਹੀਂ, ਹੁਣ ਜੀ ਸਪਰੇਅ ਕਰੀ ਦੀ ਉੱਤੇ। ਸਪਰੇਅ ਫੁੱਲ ਵਾਸਤੇ, ਯਾਨੀ ਫੁੱਲ ਨਿਕਲ ਆਉਣ? ਹਾਂ, ਤੇ ਸੁੰਡੀ ਵਾਸਤੇ। ਠੀਕ ਹੈ। ਇਹਨਾਂ ਦੇ ਵਿੱਚ ਜੜੀ ਬੂਟੀਆਂ ਦੇ ਤਦਾਰਕ ਵਾਸਤੇ ਗੋਡੀ ਕਰਦੇ ਹੋ ਜਾਂ ਕੋਈ ਦਵਾ ਪਾਉਂਦੇ ਹੋ? ਦਵਾ ਹੀ ਪਾਈ ਦੀ। ਦਵਾਈ ਪਾਈ ਦੀ ਹੈ? ਹਾਂ, ਗੋਡੀ ਪਹਿਲਾਂ ਕਰੀ ਦੀ। ਪਹਿਲੇ ਗੋਡੀ ਕਰੀ ਦੀ ਹੈ। ਉਸ ਤੋਂ ਇਲਾਵਾ ਕੋਈ ਥੱਲੇ ਪੇਪਰ ਸ਼ੇਪਰ ਲਾਉਂਦੇ ਹੋ ਤਾਂ ਕਿ ਜਿਹੜੀ ਬੂਟੀਆਂ ਨਾ ਨਿਕਲਣ? ਨਹੀਂ, ਉਹ ਨਹੀਂ ਲਾਉਂਦੇ। ਇੰਝ ਉਂਝ ਲਾਇਆ ਜਾ ਸਕਦਾ? ਨਹੀਂ, ਬੂਟੀਆਂ 'ਚ ਨਹੀਂ ਲੱਗਦਾ। ਬੂਟਿਆਂ 'ਚ ਨਹੀਂ ਲੱਗਦਾ। ਠੀਕ ਹੋ ਗਿਆ। ਅੱਛਾ ਇਹ ਦੱਸੋ ਕਿ 2 ਖੇਲਾਂ ਦੇ ਦਰਮਿਆਨ ਕਿੰਨਾ ਕੁ ਫਾਸਲਾ ਰੱਖਦੇ ਹੋ? 1 ਗੇਟ ਦਾ। 1 ਗੇਟ ਦਾ। ਤੇ 2 ਪੌਦਿਆਂ ਦੇ ਦਰਮਿਆਨ? 2 ਪੌਦਿਆਂ ਦੇ ਦਰਮਿਆਨ 1 ਗੇਟ ਦਾ ਫਾਸਲਾ ਹੁੰਦਾ। ਖੇਲ ਦੇ ਦਰਮਿਆਨ ਵੀ ਗੇਟ ਦਾ ਤੇ 2 ਪੌਦਿਆਂ ਦੇ ਦਰਮਿਆਨ ਵੀ 1 ਗੇਟ ਦਾ? ਠੀਕ ਹੈ। ਅੱਛਾ ਇਹਦੇ ਚੋਂ 2 ਮਹੀਨੇ ਬਾਅਦ ਫਲ ਲੱਥਣਾ ਸ਼ੁਰੂ ਹੋ ਜਾਂਦਾ ਹੈ? ਨਹੀਂ। ਹਾਂ, ਇਹ ਮੇਰੇ ਖਿਆਲ 3 ਮਹੀਨੇ ਲੱਗ ਗਏ ਹੋਣੇ। 3-3.5 ਮਹੀਨੇ ਲੱਗ ਜਾਂਦੇ ਨੇ। 3-3.5 ਮਹੀਨੇ ਤੱਕ ਇਹ ਤੇ ਖਰਚਾ ਕਿੰਨਾ ਕੁ ਆ ਜਾਂਦਾ ਸ਼ੁਰੂ ਤੋਂ ਲੈ ਕੇ ਆਖਰ ਤੱਕ? ਤਰੈਕਟਰਾਂ ਥਾਂ ਮੇਰੇ ਖਿਆਲ ਇਹਦੇ 5-6 ਹਜ਼ਾਰ ਰੁਪਇਆ ਕਿਹੜਾ ਨਾ। 3 ਕਨਾਲ ਦੇ 5-6 ਹਜ਼ਾਰ ਖਰਚਾ ਆ ਗਿਆ। ਤੇ ਪਹਿਲੀ ਲਵਾਈ ਕਿੰਨੇ ਤੋੜੇ ਨਿਕਲਦੀ ਹੈ? ਪਹਿਲੀ ਲਵਾਈ ਨਿਕਲੀ ਸਾਰੀ 15 ਤੋੜੇ। 15 ਤੋੜੇ? ਪਹਿਲੀ ਚੋਣੀ 15 ਤੋੜੇ ਨਿਕਲੀ? ਇੱਕ ਤੋੜੇ 'ਚ ਕਿੰਨੇ ਕਿਲੋ ਹੁੰਦੇ ਨੇ? 15-16 ਕਿਲੋ ਲਾ ਲਓ। 15-16 ਕਿਲੋ ਇੱਕ ਤੋੜੇ 'ਚ। ਤੇ 15 ਤੋੜੇ ਤੁਹਾਡੇ ਨਿਕਲੇ ਨੇ। ਇੱਕ ਤੋੜਾ ਕਿੰਨੇ ਦਾ ਸੇਲ ਹੋ ਜਾਂਦਾ ਹੈ? ਉਹ ਤਾਂ 250-250 ਦੇ ਵਿੱਚ ਆਪਣਾ 133 ਰੁਪਏ ਤੜਾਈ ਦਿੱਤੀ। ਠੀਕ ਹੈ। ਕਿੰਨੀ ਦੇਰ ਤੱਕ ਤੁਹਾਨੂੰ ਇਹਦੀ ਲਿਥਾਈ ਹੁੰਦੀ ਰਹਿਣੀ, ਯਾਨੀ ਬਾਰ-ਬਾਰ ਕਿੰਨੀ ਕੁ ਦਫਾ ਤੁਸੀਂ ਲਾ ਸਕਦੇ ਹੋ ਤੂਫਾਨ? ਬੜੀ ਭਾਦਰੋਂ ਸਿੱਧਾ। ਯਾਨੀ ਕਿੰਨੇ ਮਹੀਨੇ ਬਣਦੇ ਨੇ ਹੁਣ ਤੱਕ? ਮਸਲਾ ਹਾੜ ਹੈ, ਅਗਲਾ ਸੌਣ ਹੈ। ਹਾਂ, ਭਾਦਰੋਂ। ਯਾਨੀ 2 ਮਹੀਨੇ ਮਜ਼ੀਦ? ਹਾਂ, ਭਾਦਰੋਂ ਵੀ ਖਤਮ। ਤੇ ਪਹਿਲੀ ਤੋਂ ਲੈ ਕੇ ਆਖਰ ਤੱਕ ਕਿੰਨੀ ਦਫਾ ਤੁਸੀਂ ਫਲ ਲਾ ਲੈਂਦੇ ਹੋ? ਇਹ ਕਮ ਤੋਂ ਕਮ ਵੀ ਹੁਣ 15-20 ਦਿਨ ਵਿੱਚ ਤਿਆਰ ਹੋਏਗਾ। ਯਾਨੀ ਅਗਲਾ ਫਲ ਲਾਉਣ ਵਾਸਤੇ ਦਰਮਿਆਨ 'ਚ 15 ਦਿਨ ਦਾ ਵਕਫਾ ਹੋਣਾ ਚਾਹੀਦਾ ਹੈ? 15-20 ਦਿਨ ਵਿੱਚ। ਇਸ ਦੌਰਾਨ ਇਹਦੇ ਵਿੱਚ ਕੋਈ ਖਾਦ ਵਗੈਰਾ ਪਾਉਂਦੇ ਹੋ? ਹਾਂ, ਖਾਦ ਹਰ ਵਾਰ ਜਦੋਂ ਤੋੜੀ ਉਦੋਂ ਪਾਈ ਦੀ। ਕਿਹੜੀ ਖਾਦ ਪਾਉਂਦੇ ਹੋ? ਉਹ ਖਨੀ ਕੀ ਆਉਂਦੇ ਨੇ, ਸਬਜ਼ ਦੀ ਖਾਦ ਕਰੀ ਹੁੰਦੀ ਹੈ। ਸਬਜ਼ ਖਾਦ ਯੂਰੀਆ? ਉਹ ਚਿੱਟੇ ਨੀਲੇ ਤੋੜੇ 'ਚ ਹਰੇ ਸਬਜ਼ ਖਾਦ ਯੂਰੀਆ ਹੀ ਹੁੰਦੀ ਹੈ? ਠੀਕ ਹੋ ਗਿਆ। ਉਹ ਪਾਈ। ਠੀਕ ਹੋ ਗਿਆ। ਤੇ ਤੁਹਾਨੂੰ ਉਸ ਹਿਸਾਬ ਨਾਲ ਤੁਸੀਂ ਯਾਨੀ ਉਹ ਅੰਦਾਜ਼ਾ ਲਗਾ ਲਓ ਕਿ 15 ਦਿਨ ਬਾਅਦ ਲਿਥਾਈ ਹੁੰਦੀ, 2-3 ਮਹੀਨੇ 'ਚ ਕਿੰਨੀਆਂ ਲਿਥਾਈਆਂ ਪੋਸੀਬਲ ਹੋ ਸਕਦੀਆਂ? ਅੱਛਾ, ਓਵਰਆਲ ਇਸ ਮਿਰਚਾਂ ਬੀਜਣ 'ਚ ਕੋਈ ਫਾਇਦਾ ਹੈ ਵੇ ਫਸਲਾਂ ਦੀ ਨਿਸਬਤ? ਐਤਕੀ ਤਾਂ ਕੋਈ ਫਾਇਦਾ ਨਹੀਂ। ਅੱਛਾ, ਕਿਉਂਕਿ ਭਾਅ ਹੀ ਕੋਈ ਨਹੀਂ। ਠੀਕ ਹੈ।
ਜਦੋਂ ਭਾਅ ਹੁੰਦਾ ਸੀ ਉਦੋਂ 800-900 ਵੀ 1000 ਵੀ ਆਪਣਾ 2000 ਦਾ ਵੀ ਵਿਕ ਜਾਂਦਾ ਸੀ ਪਹਿਲਾਂ। ਠੀਕ, यानी सीजन लगन ਤੇ ਡਿਪੈਂਡ ਕਰਦਾ ਹੈ। ਐਤਕੀ ਕੋਈ ਫਾਇਦਾ ਨਹੀਂ ਹੈ, ਅਗਰ ਅੱਛਾ ਸੀਜ਼ਨ ਲੱਗ ਜਾਏ ਫਿਰ ਬਚਤ ਹੋ ਜਾਂਦੀ। ਠੀਕ ਹੈ ਚਾਚਾ, ਬੜੀ ਮਿਹਰਬਾਨੀ, ਤੁਸੀਂ ਬੜੀ ਮਾਲੂਮਾਤ ਦਿੱਤੀ। ਅਜਮਲ ਅਸੀਂ सीरियस करने की कोशिश करने तो उन्हें पुट्ठा कर बाबा मैं नहीं समझा जनाब वाला। तो जी नाज़रीन, आज हमने आपको ग्रीन चिल्ली काश्त का तरीकाकार बताया। बुजुर्गों ने हमें सारी मालूमात डिटेल तरीके से बताई हैं। उम्मीद है आपको मालूमात पसंद आई होंगी। इस सिलसिले में अगर आपका कोई सवाल हो तो आप नीचे कमेंट कर सकते हैं। वीडियो अच्छी लगी हो तो इसको लाइक और शेयर कीजिएगा। चैनल को सब्सक्राइब करें ताकि हर नई आने वाली वीडियो की इत्तला आप तक टाइमली पहुँच सके।